ਚੰਨ ਸਿਤਾਰੇ ਬੜੇ ਪਿਆਰੇ, ਬੱਦਲ ਰੁੱਖ ਪ੍ਰਭਾਤਾਂ, ਆਪਣੇ ਆਪ ਨੇ ਬਦਲੀ ਜਾਂਦੇ ਸੁੰਦਰ ਦਿਨ ਤੇ ਰਾਤਾਂ। ਅੱਖਾਂ ਖੋਲ੍ਹੋ ਵੇਖੋ ਮਾਣੋ, ਮਾਰ ਚੁਫੇਰੇ ਝਾਤਾਂ, ਮਨ ਨੂੰ ਖੇੜਾ ਮਿਲ ਜਾਂਦਾ ਤੱਕ ਕੁਦਰਤ ਦੀਆਂ ਸੁਗਾਤਾਂ। ਪਿਆਰੇ ਬੱਚਿਓ, ਕੁਦਰਤ ਸਾਡੇ ਅੰਗ ਸੰਗ ਵਿਚਰਦੀ ਹੋਈ ਸਾਨੂੰ ਜ਼ਿੰਦਗੀ ਦਾ ਸਵਾਗਤ ਖੁਸ਼ੀਆਂ ਖੇੜਿਆਂ ਨਾਲ ਕਰਨਾ ਸਿਖਾਉਂਦੀ ਹੈ। ਇਸ ਲਈ ਹੀ ਅਸੀਂ ਅੱਜ ਦਾ ਦਿਨ ਮਨਾਉਣ ਜਾ ਰਹੇ ਹਾਂ ਕੁਦਰਤ ਤੋਂ ਸਿੱਖੇ ਜੀਵਨ ਦੇ ਪਾਠਾਂ ਨੂੰ ਦੁਹਰਾਉਂਦੇ ਹੋਏ, ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਸਾਡੇ ਸਤਿਕਾਰਤ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਦੇ ਬਹੁਮੁੱਲੇ ਸ਼ਬਦਾਂ ਨਾਲ। ਸਵਾਗਤ ਜ਼ਿੰਦਗੀ। ਪਿਆਰੇ ਬੱਚਿਓ, ਸਿੱਖਿਆ ਪ੍ਰਾਪਤੀ ਦਾ ਅਰਥ ਕੇਵਲ ਇਮਤਿਹਾਨ ਪਾਸ ਕਰਨਾ ਹੀ ਨਹੀਂ ਜਾਂ ਕੇਵਲ ਡਿਗਰੀਆਂ ਪ੍ਰਾਪਤ ਕਰਨਾ ਨਹੀਂ, ਸਗੋਂ ਜੀਵਨ ਜਾਂਚ ਅਨੁਭਵ ਕਰਨਾ ਹੈ। ਜਿੰਨਾ ਤੁਸੀਂ ਜੀਵਨ ਜਾਂਚ ਅਨੁਭਵ ਕਰੋਗੇ, ਜਿੰਨਾ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲਵੋਗੇ ਅਤੇ ਜਿੰਨੀ ਪ੍ਰੈਕਟੀਕਲ ਸਿੱਖਿਆ ਪ੍ਰਾਪਤ ਕਰੋਗੇ, ਉਨੀ ਹੀ ਤੁਹਾਡੀ ਸ਼ਖਸੀਅਤ ਪ੍ਰਭਾਵਸ਼ਾਲੀ ਬਣੇਗੀ। ਸਵਾਗਤ ਜ਼ਿੰਦਗੀ ਵਿਸ਼ਾ ਤੁਹਾਡੀਆਂ ਖੁਦ ਦੀਆਂ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਵਿਕਾਸ ਕਰਦਾ ਹੈ, ਤੁਹਾਡੇ ਚਰਿੱਤਰ ਨੂੰ ਉੱਚਾ ਅਤੇ ਸੁੱਚਾ ਬਣਾਉਂਦਾ ਹੈ ਅਤੇ ਤੁਹਾਡੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਅਜਿਹੀਆਂ ਹੀ ਕਦਰਾਂ ਕੀਮਤਾਂ ਦਾ ਵਿਕਾਸ ਕਰਨ ਦੇ ਲਈ ਆਪਣੇ ਸਕੂਲ ਦੇ ਵਿੱਚ ਆਨਲਾਈਨ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਕਰੋਨਾ ਦੀ ਮਹਾਮਾਰੀ ਨੇ ਸਮੁੱਚੀ ਮਾਨਵ ਜਾਤੀ ਨੂੰ ਵਾਤਾਵਰਣ ਦੇ ਮਹੱਤਵ ਬਾਰੇ ਭਲੀ ਭਾਂਤ ਜਾਣੂ ਕਰਵਾ ਦਿੱਤਾ ਹੈ। ਸੋ ਆਪਾਂ ਸਾਰੇ ਰਲ ਕੇ ਵਾਤਾਵਰਣ ਦੇ ਮਹੱਤਵ ਨੂੰ ਜਾਣੀਏ, ਸਿੱਖੀਏ, ਸਿਖਾਈਏ ਅਤੇ ਕੁਦਰਤ ਨਾਲ ਸਾਂਝ ਪਾਈਏ, ਕਿਉਂਕਿ ਕਿਸੇ ਨੇ ਬਹੁਤ ਹੀ ਸਹੀ ਕਿਹਾ ਹੈ ਕਿ ਕੁਦਰਤ ਨਾਲ ਪਿਆਰ ਸੁੱਖਾਂ ਦਾ ਆਧਾਰ। ਥੈਂਕ ਯੂ। ਫਰੀਦਾ ਸਾਹਿਬ ਕੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਤ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਆਓ ਮੈਡਮ ਕਰਮਜੀਤ ਜੀ ਵੱਲੋਂ ਸਹਿਣਸ਼ੀਲਤਾ ਸੰਬੰਧੀ ਦਿੱਤੇ ਵਡਮੁੱਲੇ ਵਿਚਾਰਾਂ ਨੂੰ ਧਿਆਨ ਨਾਲ ਸੁਣੀਏ ਤੇ ਉਸ ਤੇ ਅਮਲ ਕਰੀਏ। ਪਿਆਰੇ ਬੱਚਿਓ, ਮੇਰਾ ਅੱਜ ਦਾ ਵਿਸ਼ਾ ਹੈ ਸਬਰ ਅਤੇ ਸਹਿਣਸ਼ੀਲਤਾ, ਭਾਵ ਪੇਸ਼ੈਂਸ ਐਂਡ ਟੋਲਰੈਂਸ। ਇਹ ਦੋ ਛੋਟੇ ਜਿਹੇ ਅਲਫਾਜ਼ ਸਾਡੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ। ਸਹਿਣਸ਼ੀਲਤਾ ਸਬਰ ਅਤੇ ਸਹਿਜ ਨਾਲ ਜ਼ਿੰਦਗੀ ਜਿਉਣ ਦੀ ਭਾਵਨਾ ਹੀ ਹੈ। ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। The first step of success is patience। ਸਾਡੇ ਵਿੱਚ ਅਨਕਾਊਂਟੇਬਲ ਪੇਸ਼ੈਂਸ ਹੋਣੀ ਚਾਹੀਦੀ ਹੈ। ਸਾਡੀਆਂ ਰਿਜੈਕਸ਼ਨਸ ਦੇ ਉੱਪਰ, ਲੋਕਾਂ ਦੀਆਂ ਗੱਲਾਂ ਦੇ ਉੱਪਰ, ਸਾਡੀਆਂ ਖੁਆਇਸ਼ਾਂ ਅਤੇ ਅਜ਼ਮਾਇਸ਼ਾਂ ਦੇ ਉੱਪਰ। ਜੇ ਅਸੀਂ ਸਹਿਣਸ਼ੀਲਤਾ ਰੱਖ ਕੇ ਆਪਣੇ ਕੰਮ ਕਰਦੇ ਜਾਵਾਂਗੇ ਤਾਂ ਸਾਡੇ ਕਦਮ ਲਗਾਤਾਰ ਕਾਮਯਾਬੀ ਵੱਲ ਵੱਧਦੇ ਜਾਣਗੇ। ਜੇ ਅਸੀਂ ਕੋਈ ਕੰਮ ਕਰ ਰਹੇ ਹੁੰਦੇ ਹਾਂ, ਪਹਿਲੀ ਵਾਰ ਉਸ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਅਸੀਂ ਡਿਸਅਪੁਆਇੰਟ ਹੋ ਜਾਂਦੇ ਹਾਂ। ਸਾਨੂੰ ਲੱਗਦਾ ਹੈ ਕਿ ਹੁਣ ਕੁਝ ਨਹੀਂ ਹੋ ਸਕਦਾ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਸਗੋਂ ਸਾਨੂੰ ਉਸ ਕੰਮ ਤੋਂ ਤਜਰਬਾ ਹਾਸਲ ਕਰਕੇ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਸਾਨੂੰ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਮਿਲੇਗੀ। ਸਹਿਣਸ਼ੀਲਤਾ ਅਪਣਾ ਕੇ ਅਸੀਂ ਆਪਣੀ ਜਮਾਤ ਦਾ, ਆਪਣੇ ਸਕੂਲ ਦਾ, ਆਪਣੇ ਘਰ ਦਾ ਅਤੇ ਆਪਣੇ ਸਮਾਜ ਦਾ ਸੁਖਾਵਾਂ ਮਾਹੌਲ ਸਿਰਜਣ ਵਿੱਚ ਮਦਦ ਕਰ ਸਕਦੇ ਹਾਂ। ਆਓ ਅੱਜ ਵਾਤਾਵਰਣ ਦਿਵਸ ਦੇ ਮੌਕੇ ਤੇ ਅਸੀਂ ਆਪਣੀ ਧਰਤੀ ਮਾਤਾ ਤੋਂ ਅਤੇ ਰੁੱਖਾਂ ਤੋਂ ਸਹਿਣਸ਼ੀਲਤਾ ਦਾ ਗੁਣ ਗ੍ਰਹਿਣ ਕਰੀਏ, ਕਿਉਂਕਿ ਇਹਨਾਂ ਵਿੱਚ ਹੱਦ ਦਰਜੇ ਦੀ ਸਹਿਣਸ਼ੀਲਤਾ ਹੁੰਦੀ ਹੈ। ਇਹ ਕਦੇ ਵੀ ਕਿਸੇ ਗੱਲ ਦਾ ਸ਼ਿਕਵਾ ਸ਼ਿਕਾਇਤ ਨਹੀਂ ਕਰਦੇ। ਨਿਮਰਤਾ ਤੇ ਪਰਉਪਕਾਰੀ ਰੁੱਖਾਂ ਕੋਲੋਂ ਲਓ ਉਧਾਰੀ। ਨਿਮਰਤਾ ਤੇ ਪਰਉਪਕਾਰੀ ਰੁੱਖਾਂ ਕੋਲੋਂ ਲਓ ਉਧਾਰੀ।
ਥੈਂਕ ਯੂ ਸੋ ਮਚ। ਇੱਕ ਰੁੱਖ ਲਾਓ 100 ਸੁੱਖ ਪਾਓ, ਇਸ ਧਰਤੀ ਨੂੰ ਸਵੱਛ ਬਣਾਓ। ਆਓ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼ ਪ੍ਰਾਪਤ ਕਰੀਏ ਮੈਡਮ ਰਵਦੀਪ ਜੀ ਤੋਂ। Good morning everyone. Every new day brings a new hope, a new challenge. और हर सुबह ਅਸੀਂ ਆਪਣੀ ਜ਼ਿੰਦਗੀ ਨੂੰ ਵੈਲਕਮ ਕਹਿੰਦੇ ਹਾਂ, ਜ਼ਿੰਦਗੀ ਦਾ ਸਵਾਗਤ ਕਰਦੇ ਹਾਂ। ਬੇਟਾ ਅੱਜ ਮੈਂ ਸਵਾਗਤ ਜ਼ਿੰਦਗੀ ਨਾਮ ਦੇ ਤੁਹਾਡੇ ਕੰਪਲਸਰੀ ਸਬਜੈਕਟ ਨੂੰ ਵਾਤਾਵਰਣ ਨਾਲ ਮਿਲਾ ਕੇ ਤੁਹਾਡੇ ਨਾਲ ਕੁਝ ਇੱਕ ਦੋ ਗੱਲਾਂ ਕਰਨੀਆਂ ਹਨ। ਵਾਤਾਵਰਣ ਦੀ ਅਕਸਰ ਅਸੀਂ ਪਰਿਭਾਸ਼ਾ ਦਿੰਦੇ ਹਾਂ ਕਿ ਵਾਤਾਵਰਣ ਇਜ਼ এনवायरमेंट ਇਜ਼ ਆਰ ਸਰਾਊਂਡਿੰਗਸ, ਇਟ ਇਜ਼ ਸਮਥਿੰਗ ਆਊਟਸਾਈਡ। ਲੇਕਿਨ ਇੱਕ ਐਂਗਲ ਤੋਂ ਇਹ ਜਾਪਦਾ ਹੈ ਕਿ ਵਾਤਾਵਰਣ ਸਾਡੇ ਬਾਹਰ ਨਹੀਂ ਹੈ, it is within us, it is inside us. Trees ਸਾਡੀਆਂ lungs ਨੇ, rivers ਸਾਡੀ blood stream ਨੇ, and whatever you are doing to your environment, actually you are doing it to yourself. ਔਰ ਇਸ ਚੀਜ਼ ਦਾ ਸਬੂਤ ਅੱਜ ਦੀ ਇਹ ਪੈਂਡੈਮਿਕ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਮਨੁੱਖਤਾ ਨੇ ਕੁਦਰਤ ਨਾਲ ਜੋ ਛੇੜਖਾਨੀ ਕੀਤੀ ਉਸ ਦਾ ਨਤੀਜਾ ਅਸੀਂ ਅੱਜ ਸਾਰੇ ਭੁਗਤ ਰਹੇ ਹਾਂ। ਸੋ ਐਜ਼ ਅ ਰਿਪਰੈਜ਼ੈਂਟੇਟਿਵ ਆਫ ਈਕੋ ਕਲੱਬ ਫਿਲਖਾਨਾ ਸਕੂਲ ਪਟਿਆਲਾ, ਮੇਰੀ ਇਹ ਤੁਹਾਨੂੰ ਸਭ ਨੂੰ ਅਪੀਲ ਹੈ ਕਿ ਬਿਹੇਵ ਲਾਈਕ ਅ ਰਿਸਪੌਂਸਿਬਲ ਸਿਟੀਜ਼ਨ ਆਫ ਦਿਸ ਪਲੈਨਟ, ਕਿਉਂਕਿ ਧਰਤੀ ਨੂੰ ਸਭ ਤੋਂ ਵੱਡਾ ਥ੍ਰੈਟ ਹਿਊਮਨਸ ਤੋਂ ਹੀ ਹੈ, ਹਿਊਮਨ ਬੀਇੰਗਸ ਤੋਂ ਹੈ। ਔਰ ਅਸੀਂ ਇਹ ਸੋਚ ਲੈ ਕੇ ਬੈਠੇ ਹਾਂ ਕਿ ਸ਼ਾਇਦ ਕੋਈ ਬਾਹਰੋਂ ਆ ਕੇ ਸਾਡੇ ਇਸ ਪਲੈਨਟ ਨੂੰ ਬਚਾਊਗਾ। ਸੋ ਲੈਟ ਅਸ ਰੀਸਟੋਰ ਐਂਡ ਰੀਕ੍ਰੀਏਟ ਆਰ ਐਨਵਾਇਰਨਮੈਂਟ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਵੀ ਆਪਣੀ ਇੱਕ ਖੁਸ਼ਨੁਮਾ ਹੈਲਦੀ ਜ਼ਿੰਦਗੀ ਨੂੰ ਸਵਾਗਤ ਕਹਿ ਸਕੇ। ਥੈਂਕ ਯੂ ਆਲ ਆਫ ਯੂ। ਵਹਿਮਾਂ ਪਿੱਛੇ ਨਾ ਲੱਗਿਓ ਬੱਚਿਓ, ਵਹਿਮੀਆਂ ਸੰਗ ਨਾ ਬਹਿਣਾ, ਸ਼ਾਂਤੀ ਮਨ ਦੀ ਉੱਡ ਪੁੱਡ ਜਾਊ, ਇਹਨਾਂ ਕੁਝ ਨਹੀਂ ਦੇਣਾ। ਆਓ ਮੈਡਮ ਗੁਰਪ੍ਰੀਤ ਜੀ ਨਾਲ ਸਹੀ ਸੋਚ ਦੇ ਧਾਰਨੀ ਬਣੀਏ। ਸਵਾਗਤ ਜ਼ਿੰਦਗੀ। ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਆਈ ਹਾਂ ਜਿਸ ਦਾ ਵਿਸ਼ੇ ਹੈ ਸਹੀ ਸੋਚ। ਅੰਧ ਵਿਸ਼ਵਾਸੀ ਨਾ ਤੂੰ ਬਣ, ਅੰਧ ਵਿਸ਼ਵਾਸੀ ਨਾ ਤੂੰ ਬਣ, ਦੁੱਖ ਦਰਦਾਂ ਦੇ ਅੱਗੇ ਤਾਂ ਸੋਚ ਸੋਚ ਕੇ ਵਹਿਮਾਂ ਬਾਰੇ, ਸੋਚ ਸੋਚ ਕੇ ਵਹਿਮਾਂ ਬਾਰੇ, ਲਾਵੇਂ ਹਿੰਮਤ ਨੂੰ ਕਿਉਂ ਲਾਰੇ। ਚੱਕਰ ਗ੍ਰਹਿਾਂ ਦੇ ਕਦੇ ਨਾ ਦੇਖ, ਚੱਕਰ ਗ੍ਰਹਿਾਂ ਦੇ ਕਦੇ ਨਾ ਦੇਖ, ਖੁਦ ਹੀ ਲਿਖ ਤੂੰ ਆਪਣੇ ਲੇਖ। ਝੂਠੇ ਭਰਮ ਦੇ ਜਾਲ ਨਾ ਬੁਣ, ਝੂਠੇ ਭਰਮ ਦੇ ਜਾਲ ਨਾ ਬੁਣ, ਪਿਸਦਾ ਕਿਉਂ ਹੈ ਵਾਂਗੂ ਗੁਣ। ਤਰਕ ਰਹਿਤ ਗੱਲਾਂ ਵਿੱਚ ਆ, ਤਰਕ ਰਹਿਤ ਗੱਲਾਂ ਵਿੱਚ ਆ, ਨਾ ਮਿਹਨਤ ਦੀ ਰਾਸ ਗਵਾ। ਸੋਚ ਸਮਝ ਕੇ ਹਰ ਗੱਲ ਕਰ, ਸੋਚ ਸਮਝ ਕੇ ਹਰ ਗੱਲ ਕਰ, ਤਰਕ ਬੋਧ ਦੀ ਝੋਲੀ ਭਰ। ਦੇਖ ਨਾ ਹੱਥਾਂ ਦੀਆਂ ਲਕੀਰਾਂ, ਦੇਖ ਨਾ ਹੱਥਾਂ ਦੀਆਂ ਲਕੀਰਾਂ, ਮਿਹਨਤ ਬਦਲ ਦਓ ਤਕਦੀਰਾਂ, ਮਿਹਨਤ ਬਦਲ ਦਓ ਤਕਦੀਰਾਂ। ਥੈਂਕ ਯੂ। ਪੱਪਾ ਫੱਫਾ ਬੱਬਾ ਪੱਬਾ ਮੰਮਾ ਸੋਚੀਏ, ਸਿਆਣਿਆਂ ਦੀ ਗੱਲ ਝੱਟ ਪੱਟ ਬੋਚੀਏ। ਹੁਣ ਸਾਨੂੰ ਸਹੀ ਸੇਧ ਦੇਣ ਆ ਰਹੇ ਹਨ ਮੈਡਮ ਸਪਨਾ ਸੇਠੀ ਜੀ। ਪਿਆਰੇ ਬੱਚਿਓ, ਆਓ ਜ਼ਿੰਦਗੀ ਦਾ ਸਵਾਗਤ ਖੁੱਲੀਆਂ ਬਾਹਾਂ ਨਾਲ ਕਰੀਏ। ਹਿੰਮਤ, ਲਗਨ, ਦ੍ਰਿੜਤਾ, ਸਵੈ ਵਿਸ਼ਵਾਸ, ਮਿਹਨਤ, ਵੱਡਿਆਂ ਦਾ ਸਤਿਕਾਰ ਅਤੇ ਵਾਤਾਵਰਣ ਦੇ ਸੰਭਾਲ ਦੇ ਸੰਕਲਪ ਨੂੰ ਧਾਰਦੇ ਹੋਏ ਕਰੀਏ ਤਾਂ ਜੋ ਮਿਲੀ ਜ਼ਿੰਦਗੀ ਸਾਰਥਕ ਬਣ ਸਕੇ। ਅੱਜ ਮੈਂ ਜੀਵਨ ਨੂੰ ਸੇਧ ਦਿੰਦੀ ਇੱਕ ਕਵਿਤਾ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਤੇ ਜ਼ਰੂਰ ਅਮਲ ਕਰੋਗੇ। ਬਜ਼ੁਰਗਾਂ ਦਾ ਜੋ ਕਰਨ ਸਤਿਕਾਰ, ਬਣ ਕੇ ਰਹਿਣ ਜੋ ਆਗਿਆਕਾਰ, ਕਦੇ ਨਾ ਹੁੰਦੀ ਹਾਰ ਉਹਨਾਂ ਦੀ, ਸਦਾ ਹੀ ਹੁੰਦੀ ਜੈ ਜੈਕਾਰ, ਜੈ ਜੈਕਾਰ। ਮਾਨਵਤਾ ਦੀ ਸੇਵਾ ਕਰ, ਖੁਸ਼ੀਆਂ ਦੇ ਨਾਲ ਝੋਲੀ ਭਰ, ਜਗ ਕਰੂਗਾ ਸ਼ੋਭਾ ਤੇਰੀ, ਮਾਨ ਵਧੇਗਾ ਉਸਦੇ ਦਰ। ਛੱਡ ਦੇ ਆਲਸ ਤਿਆਗ ਸਵਾਰਥ, ਹਿੰਮਤ ਨੂੰ ਹਮਸਫਰ ਬਣਾ ਲੈ, ਮਿਹਨਤ ਦਾ ਤੂੰ ਬੀਜ ਬੀਜ ਕੇ, ਜੋ ਚਾਹੁੰਦਾ ਹੈ ਉਹੀ ਪਾ ਲੈ। ਉੱਚਾ ਸੋਚ ਨੀਵਾਂ ਬੋਲ, ਕਾਰਜ ਕਰਦਾ ਜਾ ਤੂੰ ਨੇਕ, ਜਿੱਤ ਵੀ ਮਿਲ ਜੂ, ਮਾਣ ਵੀ ਮਿਲ ਜੂ, ਖੁਸ਼ੀ ਵੀ ਤੈਨੂੰ ਮਿਲੂ ਹਰੇਕ। ਸਬਰ ਦਾ ਕਦੀ ਛੱਡ ਨਾ ਪੱਲਾ, ਕਾਹਲਾ ਕਦੀ ਵੀ ਪੈਣਾ ਨਾ, ਤੰਗ ਦਿਲੀ ਕਦੇ ਕੁਝ ਨਹੀਂ ਦਿੱਤਾ, ਜੋ ਕੁਝ ਦਿੱਤਾ ਬੁੱਧ ਵਿਵੇਕ। ਸ਼ੁਕਰੀਆ। ਯਈਆ ਰਾਰਾ ਲੱਲਾ ਵਾਵਾ ਡਾੜਾ ਸੁਣੀ ਜਾ, ਜ਼ਿੰਦਗੀ ਦੀ ਪੀੜੀ ਗੁਣਾ ਨਾਲ ਬੁਣੀ ਜਾ।
ਹੁਣ ਇੱਕ ਕਹਾਣੀ ਲੈ ਕੇ ਸਾਡੇ ਰੂਬਰੂ ਹੋਣ ਜਾ ਰਹੇ ਹਨ ਮੈਡਮ ਗੁਰਦੀਪ ਜੀ। ਸਵਾਗਤ ਜ਼ਿੰਦਗੀ। ਪਿਆਰੇ ਬੱਚਿਓ, ਇੱਕ ਕਿਸਾਨ ਜਿਸ ਦੀ ਕਣਕ ਦੀ ਫਸਲ ਹਰ ਸਾਲ ਬਹੁਤ ਵਧੀਆ ਹੁੰਦੀ ਸੀ, ਉਸ ਨੂੰ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਤੇ ਉਸ ਨੂੰ ਪੁੱਛਿਆ ਗਿਆ, ਤੁਹਾਡੀ ਸਫਲਤਾ ਦਾ ਕੀ ਰਾਜ਼ ਹੈ? ਕਿਸਾਨ ਨੇ ਕਿਹਾ, ਮੇਰੀ ਸਫਲਤਾ ਦਾ ਰਾਜ਼ ਹੈ ਚੰਗੇ ਬੀਜ ਬੀਜਣਾ ਤੇ ਉਹੀ ਬੀਜ ਮੈਂ ਆਪਣੇ ਗਵਾਂਢੀਆਂ ਨੂੰ ਵੀ ਦਿੰਦਾ ਹਾਂ ਤਾਂ ਜੋ ਉਹਨਾਂ ਦੀ ਫਸਲ ਵੀ ਵਧੀਆ ਹੋਵੇ। ਉਸ ਦਾ ਜਵਾਬ ਸੁਣ ਕੇ ਸਾਰੇ ਬਹੁਤ ਹੈਰਾਨ ਹੋਏ ਤੇ ਉਸ ਨੂੰ ਕਿਹਾ ਕਿ ਇਸ ਨਾਲ ਤਾਂ ਉਹ ਤੁਹਾਡੇ ਮੁਕਾਬਲੇ ਵਿੱਚ ਖੜੇ ਹੋ ਜਾਂਦੇ ਹੋਣਗੇ ਤੇ ਤੁਹਾਡਾ ਨੁਕਸਾਨ ਹੁੰਦਾ ਹੋਵੇਗਾ। ਕਿਸਾਨ ਨੇ ਕਿਹਾ, ਨਹੀਂ, ਇਹ ਕੁਦਰਤ ਦਾ ਰੂਲ ਹੈ। ਜਦੋਂ ਹਵਾ ਚੱਲਦੀ ਹੈ ਤਾਂ ਬੀਜ ਇੱਕ ਖੇਤ 'ਚੋਂ ਉੱਡ ਕੇ ਦੂਸਰੇ ਖੇਤ ਵਿੱਚ ਚਲੇ ਜਾਂਦੇ ਹਨ। ਜੇ ਮੇਰੇ ਸਾਥੀ ਕਿਸਾਨਾਂ ਨੇ ਮਾੜੇ ਬੀਜ ਬੀਜੇ ਹੋਣਗੇ ਤਾਂ ਉਹਨਾਂ ਦੇ ਬੀਜ ਉੱਡ ਕੇ ਮੇਰੇ ਖੇਤ ਵਿੱਚ ਆ ਕੇ ਮੇਰੀ ਫਸਲ ਦਾ ਵੀ ਨੁਕਸਾਨ ਕਰਨਗੇ। ਇਸ ਲਈ ਮੈਂ ਉਹਨਾਂ ਨੂੰ ਆਪਣੇ ਚੰਗੇ ਬੀਜ ਦੇ ਕੇ ਮਦਦ ਕਰਦਾ ਹਾਂ ਤੇ ਮੇਰੀ ਫਸਲ ਵੀ ਬਹੁਤ ਵਧੀਆ ਹੁੰਦੀ ਹੈ। ਸੋ ਬੱਚਿਓ, ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਇਕੱਲਾ ਚੰਗੇ ਬੀਜ ਚੰਗੀ ਫਸਲ ਲਈ ਹੀ ਜ਼ਰੂਰੀ ਨਹੀਂ ਹਨ। ਸਾਨੂੰ ਦੂਸਰਿਆਂ ਦੀ ਮਦਦ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ। ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜੀਣ ਲਈ ਦੂਸਰਿਆਂ ਦੀ ਮਦਦ ਕਰੋ, ਕੁਦਰਤ ਨਾਲ ਪਿਆਰ ਕਰੋ, ਵਾਤਾਵਰਣ ਦੀ ਸੰਭਾਲ ਕਰੋ, ਕੁਦਰਤੀ ਸੋਮਿਆਂ ਦੀ ਸੰਭਾਲ ਕਰੋ, ਵੱਡਿਆਂ ਦਾ ਸਤਿਕਾਰ ਕਰੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ ਬਣਾਓ। ਕੁਦਰਤ ਨੂੰ ਕਾਦਰ ਜਾਣਦਾ, ਕੁਦਰਤ ਦੇ ਡੂੰਘੇ ਰਾਜ਼ ਨੇ, ਸਮਾਨ ਇਸ ਦੇ ਅਜਬ ਨੇ, ਇਸ ਦੇ ਅਨੋਖੇ ਸਾਜ਼ ਨੇ। ਆਓ ਮੈਡਮ ਪਰਮਿੰਦਰ ਜੀ ਦੁਆਰਾ ਭੱਜਾ ਦੌੜੀ ਦੀ ਜ਼ਿੰਦਗੀ ਨੂੰ ਛੱਡ ਕੇ ਕੁਦਰਤ ਨੂੰ ਪਿਆਰ ਕਰਨ ਦਾ ਸੁਨੇਹਾ ਦਿੰਦੀ ਕਵਿਤਾ ਸੁਣੀਏ। Welcome life. Today I am going to share with you a beautiful poem, Leisure, written by W.H. Davis. What is this life if full of care we have no time to stand and stare? No time to stand beneath the boughs and stare as long as sheep or cows. No time to see when woods we pass where squirrels hide their nuts in grass. No time to see in broad daylight streams full of stars like skies at night. No time to turn at beauty's glance to watch her feet how they can dance. No time to wait till her mouth can enrich that smile her eyes began. A poor life this is, if full of care we have no time to stand and stare, we have no time to stand and stare. So my dear students, love and appreciate the beauties of nature wholeheartedly to enrich yourself and spend your spare time in the lap of nature. Thank you. ਕੁੱਲ ਦੁਨੀਆ ਦੀ ਸਾਂਝੀ ਧਰਤੀ, ਰੁੱਖਾਂ ਨਾਲ ਸਜਾਈਏ ਬੇਲੀਓ, ਰੁੱਖਾਂ ਨਾਲ ਸਜਾਈਏ। ਆਓ ਸਾਡੇ ਵਿਦਿਆਰਥੀਆਂ ਦੁਆਰਾ ਵਾਤਾਵਰਣ ਪ੍ਰਤੀ ਪਿਆਰ ਅਤੇ ਉਸ ਦੀ ਸੰਭਾਲ ਲਈ ਸਾਨੂੰ ਸੁਚੇਤ ਕਰਦੀ ਹੋਈ ਇੱਕ ਵੀਡੀਓ ਵੇਖੀਏ। ਖੁੱਤੇ ਮਾਰੀ ਹੁਣ ਕਿਉਂ ਜਾਂਦੀ ਚੀਕਾਂ ਮਾਰੀ, ਕੱਟ ਕਲੋਨੀ ਵਿੱਚ ਪਹਾੜੀ ਬੰਜਰ ਕਰਤੀ ਧਰਤੀ ਸਾਰੀ। ਨੋਟਾਂ ਦੇ ਨਾਲ ਹੋ ਗਈ ਜੇਬ ਹੈ ਭਾਰੀ, ਹੁਣ ਕਿਉਂ ਪੁੱਛੇ ਦੁਨੀਆ ਵਾਰੀ ਵਾਰੀ। ਇਸ ਵਾਰ ਨਾ ਹੁੰਦੀ ਵਰਖਾ ਕਿਉਂ, ਪਹਿਲਾਂ ਕਿਉਂ ਨਹੀਂ ਗੱਲ ਵਿਚਾਰੀ। ਜੇ ਮਾਂ ਦਾ ਸੀਨਾ ਅਸੀਂ ਦੁਖਾਵਾਂਗੇ, ਸੁੱਖ ਕਿੱਥੋਂ ਦੇਖ ਅਸੀਂ ਪਾਵਾਂਗੇ। ਆਓ ਰਲ ਕੇ ਪ੍ਰਣ ਹੈ ਕਰੀਏ, ਮੁੜ ਧਰਤੀ ਹਰੀ ਬਣਾਵਾਂਗੇ। ਜੋ ਹੋ ਗਈਆਂ ਨੇ ਮੈਥੋਂ ਗਲਤੀਆਂ, ਮੁੜ ਕਦੇ ਨਾ ਅਪਣਾਵਾਂਗੇ। ਚੱਲ ਸਕੀਨਾ ਤੁਰ ਚੱਲੀਏ, ਇੱਕ ਇੱਕ ਰੁੱਖ ਜ਼ਰੂਰ ਲਗਾਵਾਂਗੇ। पर्वत कहता शीस उठाकर तुम भी ऊंचे बन जाओ,
सागर कहता है लहराकर मन में गहराई लाओ, समझ रहे हो क्या कहती है उठ उठ गिर गिर तरल तरंग, भर लो अपने दिल में मीठी मीठी मृदुल उमंग। पृथ्वी कहती धैर्य न छोड़ो, कितना ही हो सिर पर भार, नभ कहता है फैलो इतना, ढक लो तुम सारा संसार। ਅਸੀਂ ਕੁਦਰਤ ਨੂੰ ਨਹੀਂ ਸਮਝ ਰਹੇ, ਕੱਲ ਕੁਦਰਤ ਸਾਨੂੰ ਨਹੀਂ ਸਮਝੇਗੀ। ਕੁਦਰਤ ਸਾਨੂੰ ਤਾਂ ਹੈ ਮਾਫ ਕਰ ਰਹੀ, ਪਰ ਆਪ ਕੁੱਟ-ਕੁੱਟ ਕੇ ਹੈ ਮਰ ਰਹੀ। ਕੁਦਰਤ ਸਾਨੂੰ ਤਾਂ ਹੈ ਮਾਫ ਕਰ ਰਹੀ, ਪਰ ਆਪ ਕੁੱਟ-ਕੁੱਟ ਕੇ ਹੈ ਮਰ ਰਹੀ। ਵਾਤਾਵਰਣ ਨੂੰ ਸੰਭਾਲੋ, ਕਿਉਂ ਨਹੀਂ ਸਮਝਦੇ ਇਸ ਦੀ ਕੀਮਤ। ਬਨਾਵਟੀ ਚੀਜ਼ਾਂ ਮਗਰ ਭੱਜ ਹੋ ਰਹੇ ਨੇ ਕੁਦਰਤੀ ਸਾਧਨ ਸੀਮਤ। ਕਿਤੇ ਕੂੜਾ ਪਾਣੀ ਵਿੱਚ ਸੁੱਟਿਆ ਜਾ ਰਿਹਾ, ਕਿਤੇ ਰੁੱਖਾਂ ਨੂੰ ਹੈ ਵੱਢਿਆ ਜਾ ਰਿਹਾ। ਅੱਜ ਵਾਤਾਵਰਣ ਦੇ ਨਾਲ-ਨਾਲ ਸਾਡੀ ਸੋਚ ਵੀ ਦੂਸ਼ਿਤ ਹੋ ਰਹੀ। ਅੱਜ ਧਰਤੀ ਮਾਂ ਵੀ ਫੁੱਟ-ਫੁੱਟ ਕੇ ਹੈ ਰੋ ਰਹੀ। ਅੱਜ ਧਰਤੀ ਮਾਂ ਵੀ ਫੁੱਟ-ਫੁੱਟ ਕੇ ਹੈ ਰੋ ਰਹੀ। ਸੁੱਤੀ ਇਨਸਾਨੀਅਤ ਨੂੰ ਕਿਉਂ ਨਹੀਂ ਜਗਾ ਰਹੇ। ਅਸੀਂ ਪਰਾਲੀ ਨੂੰ ਨਹੀਂ ਬਲਕਿ ਆਪਣੇ ਭਵਿੱਖ ਨੂੰ ਹਾਂ ਅੱਗ ਲਾ ਰਹੇ। ਅੱਜ ਕੋਈ ਨਾ ਤੰਦਰੁਸਤ ਹੈ, ਸਰੀਰ ਆਦੀ ਹੋ ਰਿਹਾ ਦਵਾਈਆਂ ਦਾ। ਅੱਜ ਘੁੱਟ-ਘੁੱਟ ਕੇ ਹਾਂ ਮਰ ਰਹੇ, ਇਹ ਨਤੀਜਾ ਹੈ ਸਾਡੀਆਂ ਬੇਪਰਵਾਹੀਆਂ ਦਾ। ਅੱਜ ਘੁੱਟ-ਘੁੱਟ ਕੇ ਹਾਂ ਮਰ ਰਹੇ, ਇਹ ਨਤੀਜਾ ਹੈ ਸਾਡੀਆਂ ਬੇਪਰਵਾਹੀਆਂ ਦਾ। ਮੋਟਰਸਾਈਕਲ ਕਾਰਾਂ ਜੇ ਘੱਟ ਚਲਾਵਾਂਗੇ, ਸ਼ੁੱਧ ਹਵਾ ਪਾਵਾਂਗੇ। ਬਿਨਾਂ ਮੋਟਰਸਾਈਕਲ ਕਾਰਾਂ ਦੇ ਅਸੀਂ ਮਰ ਨਹੀਂ ਜਾਵਾਂਗੇ। ਬਿਨਾਂ ਕੋਈ ਕਦਮ ਚੁੱਕੇ ਅਸੀਂ ਕਿੰਜ ਧਰਤੀ ਮਾਂ ਨੂੰ ਬਚਾਵਾਂਗੇ। ਅੱਜ ਤੋਂ ਹੀ ਅਸੀਂ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ਼ ਬਣਾਵਾਂਗੇ। जीतेंगे हम जीतेंगे हम में है दम, कुछ करो ना घर में रहो ना। जीतेंगे हम में है दम, क्यों डरो ना घर में रहो ना। कोरोना एक बीमारी है, पर क्या करे महामारी है। कोरोना एक बीमारी है, पर क्या करे महामारी है। पर तुम इससे डरो ना, पर इससे डरो ना। जीतेंगे हम मैदान फतेह, हर हर मैदान फतेह रे बंदिया, हर मैदान फतेह, हर हर मैदान फतेह, हर हर मैदान फतेह, हर हर मैदान फतेह रे बंदिया, हर मैदान फतेह। इन गर्दिशों के बादलों पे चढ़ के वक्त का गिरेबा पकड़ के पूछना है जीत का पता, जीत का पता। इन